ਜਿਹੜੀਆਂ ਤਾਂ ਜਥੇਬੰਦੀਆਂ ਨੇ ਇਹ ਗੱਲ ਨੂੰ ਸਮਝਦੀਆਂ ਨੇ ਵੀ ਮੁੱਦਾ ਕਿਸਾਨੀ ਦਾ ਤਾਂ ਬਹੁਤ ਵੱਡਾ ਹੈ, ਤਾਂ ਸਾਡੀ ਰੋਟੀ ਰੋਜੀ ਦਾ ਮੁੱਦਾ ਨਾ, ਪਰ ਜੋ ਕੁਝ ਦੇਸ਼ ਨੂੰ ਵੰਡਣ ਲਈ ਜੋ ਤੁਰਿਆ ਹੋਇਆ, ਜੋ ਜਿਸ ਤਰ੍ਹਾਂ ਦਾ ਆਰਐਸਐਸ ਨੇ ਪਿਛਲੇ ਸਮੇਂ 'ਚ ਵਰਤਾਰਾ ਕੀਤਾ ਹੋਇਆ ਆ, ਪਰ ਇੱਥੇ ਮਕਸਦ ਸਿਰਫ ਤੇ ਸਿਰਫ ਇੱਕ ਰਾਜ ਕਰਨਾ। ਜਿਸ ਤਰ੍ਹਾਂ ਅਸੀਂ ਜਿਹੜਾ ਆਰਐਸਐਸ ਦਾ ਮੁਖੀ ਜਿਸ ਤਰ੍ਹਾਂ ਕਹਿੰਦਾ ਸੀ ਅਸੀਂ ਵੀ ਇਸ ਨੂੰ ਹਿੰਦੂ ਰਾਜ ਬਣਾਉਣਾ ਚਾਹੁੰਦੇ ਹਾਂ, ਤੇ ਇਸ ਕਰਕੇ ਅਸੀਂ ਇਹਦਾ ਹਿੰਦੁਸਤਾਨ ਦੇ ਲੋਕਾਂ ਨੂੰ ਵਿਰੋਧ ਕਰਨਾ ਪੈਣਾ। ਅਸੀਂ ਨਹੀਂ ਕਹਿੰਦੇ ਵੀ ਇਕੱਲੀਆਂ ਬਹੁਰਾਸ਼ਟਰੀ ਕੰਪਨੀਆਂ, ਉਸ ਤੋਂ ਇਲਾਵਾ ਸਾਡੇ ਵੀ ਜਿਹੜੇ ਪਹਿਲਾਂ ਅਸੀਂ ਥੋੜ੍ਹੇ ਜਿਹੇ ਮਿਲਦੇ ਸਾਂ ਬਿਰਲੇ ਟਾਟਿਆਂ ਨੂੰ ਕਹਿੰਦੇ ਹੁੰਦੇ ਸਾਂ, ਉਸ ਤੋਂ ਬਾਅਦ ਕੀ ਆ ਗਿਆ, ਇਹ ਮੋਦੀ ਸਾਹਿਬ ਨੇ ਆ ਕੇ ਅਡਾਨੀ ਨੂੰ ਚੱਕਿਆ ਗੁਜਰਾਤ 'ਚੋਂ, ਉਹਨੂੰ ਅਰਬਾਂਪਤੀ ਬਣਾਤਾ, ਫਿਰ ਅਬਾਨੀ ਨਾਲ ਯਾਰੀ ਪਾ ਲਈ। ਕਿਉਂਕਿ ਦੇਖੋ ਪਿਛਲੇ ਸਮੇਂ 'ਚ ਅਸੀਂ ਟਰੈਂਡ ਸੁਣਿਆ ਵੀ 5 ਕਰੋੜ ਤੋਂ ਲੈ ਕੇ 200 ਕਰੋੜ ਦੇ ਵਿੱਚ ਦੇਖੋ ਇੱਕ ਐਮਐਲਏ ਵਿਕ ਰਿਹਾ, ਔਰ ਅਸੀਂ ਕਰਨਾਟਕਾ ਵਿੱਚ ਸੁਣਿਆ ਸੀ ਵੀ ਇੰਨਾ ਵੱਡਾ ਪੈਸਾ ਦੇ ਕੇ ਜੇ ਇੱਕ ਐਮਐਲਏ ਖਰੀਦਿਆ ਜਾ ਸਕਦਾ, ਤੇ ਹੇਠੋਂ ਸਾਰੀ ਅਫਸਰਸ਼ਾਹੀ ਸਾਰੀ ਲਾ ਦਿੱਤੀ ਜਾਂਦੀ ਆ। ਇਕੱਲੇ ਇਕੱਲੇ ਸਟੇਟ ਦੀ ਚੋਣ ਦੇ ਵਿੱਚ ਜਾ ਕੇ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਇੱਕੋ ਹੀ ਮਨਸ਼ਾ ਰਹਿ ਗਿਆ ਇਹਨਾਂ ਦਾ ਵੀ ਸਰਕਾਰ ਬਣਾਈ ਜਾਵੇ, ਲੋਕ ਜਾਣ ਠੱਠੇ ਖੂਚ। ਦੁਨੀਆ ਜਾਣਦੀ ਆ ਵੀ ਇਹਨਾਂ ਨੇ ਆਜ਼ਾਦੀ ਦੀ ਜੰਗ ਦੇ ਵਿੱਚ ਕੋਈ ਬਹੁਤ ਹਿੱਸਾ ਨਹੀਂ ਪਾਇਆਗਾ। ਜਿਹੜੇ ਲੋਕਾਂ ਨੇ ਹਿੱਸਾ ਪਾਇਆ, ਪੰਜਾਬ ਦਾ ਵਾਰਸ ਆ ਅਸੀਂ, ਸ਼ਹੀਦ ਭਗਤ ਸਿੰਘ ਦੇ ਵਾਰਸ ਆ ਅਸੀਂ, ਕਰਤਾਰ ਸਿੰਘ ਸਰਾਭੇ ਦੇ ਵਾਰਸ ਆ। ਹਰ ਲੜਾਈ ਦੇ ਵਿੱਚ ਜੇ ਅਸੀਂ ਚੁੱਪ ਰਹੇ ਤੇ ਸਾਨੂੰ ਅਗਲੀਆਂ ਪੀੜ੍ਹੀਆਂ ਮਾਫ ਨਹੀਂ ਕਰਦੀਆਂ। ਸੰਘਰਸ਼ ਸਦਾ ਚੱਲਦਾ ਰਹਿੰਦਾ ਆ, ਦੀਵਾ ਸਦਾ ਜਗਦਾ ਰਹਿੰਦਾ ਆ। ਇਸ ਕਰਕੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ ਉਹ ਜਾਗਦੇ ਰਹਿੰਦੇ ਨੇ, ਉਹ ਕਿਤੇ ਵੀ ਹੋਣ ਤਾਂ ਉਹਨਾਂ ਦਾ ਕਦੇ ਵੀ ਉਹਨਾਂ ਦਾ ਮਨ ਨਹੀਂ ਕਰਦਾ ਵੀ ਅਸੀਂ ਜਿਉਂਦੇ ਹੋਏ ਮਰ ਜਾਈਏ। ਕਿਸਾਨੀ ਘੋਲ ਲਗਭਗ 2 ਮਹੀਨੇ ਪੂਰੇ ਕਰਨ ਦੇ ਨੇੜੇ ਆਉਂਦਾ ਜਾ ਰਿਹਾ ਹੈ। ਹਾਲਾਂਕਿ 5 ਜੂਨ ਤੋਂ ਇਹ ਆਰਡੀਨੈਂਸਾਂ ਦਾ ਰੌਲਾ ਪੈਂਦਾ ਹੈ ਪੂਰੇ ਦੇਸ਼ ਦੇ ਵਿੱਚ। ਪੰਜਾਬ ਜਾਗਦਾ ਹੈ, ਕਿਸਾਨ ਹੌਲੀ ਹੌਲੀ ਸੰਘਰਸ਼ ਤੇਜ਼ ਕਰਦਾ ਹੈ, ਔਰ ਫਿਰ ਹੌਲੀ ਹੌਲੀ ਸੜਕਾਂ ਤੋਂ ਲੈ ਕੇ ਘਰ ਘਰ ਤੱਕ ਇਹ ਸੰਘਰਸ਼ ਪਹੁੰਚਦਾ ਹੈ। ਬਹੁਤ ਸਾਰੇ ਵਰਗ ਜਿਹੜੇ ਇਹਦੇ ਸ਼ਾਮਲ ਹੋ ਜਾਂਦੇ ਆ। ਲਗਭਗ 2 ਮਹੀਨੇ ਹੋ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਿਸਾਨ ਸੜਕਾਂ ਦੇ ਉੱਤੇ ਆਇਆ, ਰੇਲਾਂ ਰੋਕੀਆਂ ਜਾਂ ਕਿਸਾਨਾਂ ਦੇ ਵੱਲੋਂ ਵੱਡੇ ਘਰਾਨਿਆਂ ਨੂੰ ਘੇਰਿਆ ਗਿਆ। ਤਾਂ 2 ਮਹੀਨਿਆਂ 'ਚ ਕੀ ਖੱਟਿਆ, ਕੀ ਪਾਇਆ, ਔਰ ਗਾਂ ਦੀ ਰੂਪਰੇਖਾ ਹੁਣ ਕੀ ਹੋਊਗੀ, ਔਰ ਕੀ ਕੇਂਦਰ ਨੂੰ ਕੋਈ ਫਰਕ ਪਿਆ ਇਹਦੇ ਨਾਲ ਜਾਂ ਨਹੀਂ ਪਿਆ, ਇਸ 'ਤੇ ਗੱਲਬਾਤ ਕਰਾਂਗੇ। ਔਰ ਖ਼ਾਸ ਤੌਰ 'ਤੇ ਮੁਕਤਸਰ ਸਾਹਿਬ ਦਾ ਉਹ ਇਲਾਕਾ ਹੈ ਜਰਖੇਜ਼ ਧਰਤੀ, ਜਿੱਥੇ ਸੰਘਰਸ਼ਾਂ ਦੀਆਂ ਕਹਾਣੀਆਂ, ਮੁਕਤਸਰ ਦਾ ਇਤਿਹਾਸ ਹੀ ਇਹ ਹੈ, ਸ਼੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਹੈ, ਸ਼ਹਾਦਤਾਂ ਦੀ ਧਰਤੀ ਹੈ। ਔਰ ਇੱਥੋਂ ਦੇ ਨਾਲ ਪੈਂਦਾ ਸ਼ਹਿਰ ਹੈ ਮਲੋਟ, ਛੋਟੀ ਮੰਡੀ ਹੈ, ਪਰ ਇੱਥੇ ਕਿਸਾਨੀ ਜਥੇਬੰਦੀਆਂ ਜਾਂ ਲੈਫਟਿਸਟ ਜਥੇਬੰਦੀਆਂ ਵੀ ਰਹੀਆਂ ਹੁਣ, ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਰਹੀਆਂ। ਇਹਦੇ ਕੀ ਕਾਰਨ ਨੇ, ਔਰ ਇਸ ਮਾਲਵੇ ਦੇ ਇਸ ਇਲਾਕੇ ਦੇ ਵਿੱਚ ਇਹ ਸੰਘਰਸ਼ ਕਿਵੇਂ ਦਾ ਰਿਹਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਕਾਮਰੇਡ ਸਤਪਾਲ ਮੋਲਾ ਸਾਹਿਬ ਨੇ। ਮੋਲਾ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਮੋਲਾ ਸਾਹਿਬ, ਤੁਹਾਡੇ ਇਸ ਇਲਾਕੇ ਦੇ ਵਿੱਚ ਜਥੇਬੰਦੀਆਂ ਦੀ ਅਣਹੋਂਦ ਕਿਉਂ ਹੈ? ਮੈਂ ਪਹਿਲਾਂ ਡੇਲੀ ਪੋਸਟ ਨੂੰ ਜੀ ਆਇਆਂ ਆਖਦਾ ਕਿ ਤੁਸੀਂ ਇਹ ਮੁੱਦਾ ਸ਼੍ਰੀ ਮੁਕਤਸਰ ਸਾਹਿਬ ਦੀ ਉਸ ਧਰਤੀ 'ਤੇ ਚੁੱਕ ਰਹੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ, ਅਤੇ ਇਸ ਕਰਕੇ ਅਸੀਂ ਜਥੇਬੰਦੀਆਂ ਦੀ ਅਣਹੋਂਦ ਦੇ ਬਹੁਤ ਵੱਡੇ ਕਾਰਨ ਨੇ। ਕਿਉਂਕਿ ਪਿਛਲੇ ਸਮੇਂ ਤੋਂ ਇਹ ਇੱਥੇ ਜਦੋਂ ਸਰਕਾਰਾਂ ਚੱਲੀਆਂ ਔਰ ਵੱਡੀ ਜਗੀਰਦਾਰੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੋਣ ਕਰਕੇ, ਔਰ ਵੱਡੀ ਜਗੀਰਦਾਰੀ ਤੇ ਦਾ ਬੈਠਿਆ ਹੋਣ ਕਰਕੇ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਨਹੀਂ ਚੱਲ ਸਕੀਆਂ, ਔਰ ਖੇਤ ਮਜ਼ਦੂਰਾਂ ਦੀਆਂ ਔਰ ਖਾਸ ਕਰਕੇ ਕਿਸਾਨਾਂ ਦੀਆਂ ਜਥੇਬੰਦੀਆਂ ਨਹੀਂ ਚੱਲੀਆਂ, ਔਰ ਉਹ ਸਰਕਾਰਾਂ ਨਾਲ ਚੱਲਦੀਆਂ ਰਹੀਆਂ ਸੀ। ਪਰ ਹੁਣ ਜਦੋਂ ਸਮਾਂ ਬਦਲਿਆ, ਜਦੋਂ 31 ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਆਪਣੀ ਉਪਰਾਲਾ ਸ਼ੁਰੂ ਕੀਤਾ, ਤਾਂ ਉਸ ਸਮੇਂ ਅਸੀਂ ਮੁਕਤਸਰ ਦੇ ਵਿੱਚ ਵੀ ਸੋਚਿਆ ਤਾਂ ਅਸੀਂ 30 ਜਥੇਬੰਦੀਆਂ ਮਲੋਟ ਦੀਆਂ ਨਾਲ ਲੈ ਕੇ ਜਿਹੜੀਆਂ ਜ਼ਿਆਦਾਤਰ ਟ੍ਰੇਡ ਯੂਨੀਅਨਾਂ ਸੀ, ਉਹਨਾਂ ਨੂੰ ਆਵਾਜ਼ ਦਿੱਤੀ ਵੀ ਆਓ ਆਪਾਂ ਪਿੰਡਾਂ ਵਿੱਚ ਲੋਕਾਂ ਨੂੰ, ਆਮ ਲੋਕਾਂ ਨੂੰ, ਜੋ ਕੁਛ ਸਾਡੇ ਦੇਸ਼ 'ਚ ਵਾਪਰ ਰਿਹਾ, ਜੋ ਸਾਡੇ ਪੰਜਾਬ 'ਚ ਵਾਪਰ ਰਿਹਾ, ਜੋ ਜੰਮੂ ਕਸ਼ਮੀਰ 'ਚ ਵਾਪਰ ਰਿਹਾ, ਜੋ NRC ਤੇ CA ਦੇ ਨਾਂ 'ਤੇ ਦਿੱਲੀ ਵਿੱਚ ਵਾਪਰ ਰਿਹਾ, ਬਸ ਇਹਨਾਂ ਸਾਰੀਆਂ ਘਟਨਾਵਾਂ ਨੂੰ ਲੋਕਾਂ 'ਚ ਲੈ ਕੇ ਜਾਈਏ। ਅਤੇ ਇਸ ਕਰਕੇ ਅਸੀਂ ਇਹਨਾਂ ਨੂੰ ਲੋਕਾਂ 'ਚ ਲਿਜਾਣ ਦੀ ਕੋਸ਼ਿਸ਼ ਕੀਤੀ ਆ, ਔਰ ਅਸੀਂ ਜਿਹੜੀ ਸੀ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਬਣਾ ਕੇ ਉਹਦੇ ਵਜੋਂ ਅਸੀਂ ਲੋਕਾਂ 'ਚ ਵਿਚਰੇ ਹਾਂ। ਔਰ ਪਿਛਲੀਆਂ ਜਿੰਨੀਆਂ ਕਿ ਅਸੀਂ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ, ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨੂੰ ਆਪਦੇ ਇਲਾਕੇ ਵਿੱਚ ਲਾਗੂ ਕਰੀਏ। ਪਰ ਉਸ ਘਟਨਾਵਾਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ, ਚਾਹੇ ਜੰਮੂ ਕਸ਼ਮੀਰ ਦੀ ਗੱਲ ਹੋਵੇ, NRC CA ਦੇ ਗੱਲ ਹੋਵੇ, ਦਿੱਲੀ ਦੇ ਦੰਗੇ ਹੋਏ ਹੋਣ, ਹੋਰ ਬਹੁਤ ਸਾਰੀਆਂ ਘਟਨਾਵਾਂ, ਟ੍ਰਿਪਲ ਤਲਾਕ, 3 ਤਲਾਕ, ਇਹ ਸਾਰੀਆਂ ਗੱਲਾਂ ਰਹੀਆਂ ਹੋਣ, ਤੁਸੀਂ ਉਹਨਾਂ ਸਾਰੀਆਂ ਨੂੰ ਇਹਦੇ ਨਾਲ ਜੋੜ ਕੇ ਦੇਖਦੇ ਹੋ ਜੋ ਹੁਣ 3 ਆਰਡੀਨੈਂਸ ਜਾਂ ਜਿਹੜੇ ਹੁਣ ਕਾਨੂੰਨ ਬਣ ਗਏ ਨੇ ਜਿਹੜੇ? ਦੇਖੋ, ਜਿਹੜੀਆਂ ਤਾਂ ਜਥੇਬੰਦੀਆਂ ਨੇ ਇਹ ਗੱਲ ਨੂੰ ਸਮਝਦੀਆਂ ਨੇ ਵੀ ਮੁੱਦਾ ਕਿਸਾਨੀ ਦਾ ਤਾਂ ਬਹੁਤ ਵੱਡਾ ਹੈ, ਤਾਂ ਸਾਡੀ ਰੋਟੀ ਰੋਜੀ ਦਾ ਮੁੱਦਾ ਨਾ, ਪਰ ਜੋ ਕੁਝ ਦੇਸ਼ ਨੂੰ ਵੰਡਣ ਲਈ ਜੋ ਤੁਰਿਆ ਹੋਇਆ, ਜੋ ਜਿਸ ਤਰ੍ਹਾਂ ਦਾ ਆਰਐਸਐਸ ਨੇ ਪਿਛਲੇ ਸਮੇਂ 'ਚ ਵਰਤਾਰਾ ਕੀਤਾ ਹੋਇਆ ਆ। ਮੌਬ ਲਿੰਚਕ ਸ਼ਬਦ ਅਸੀਂ ਪਹਿਲਾਂ ਕਦੇ ਨਹੀਂ ਸੀ ਸੁਣਿਆ। ਜਦੋਂ ਅਸੀਂ ਮੌਬ ਲਿੰਚਕ ਸੁਣਿਆ ਵੀ ਬੰਦੇ ਇਸ ਤਰ੍ਹਾਂ ਵੀ ਮਾਰੇ ਜਾਂਦੇ, ਲੋਕ ਭੀੜਾਂ ਇਕੱਠੀਆਂ ਹੋ ਕੇ ਕਿਸੇ ਨੂੰ ਮਾਰਨ ਲੱਗ ਪਈਆਂ, ਕਤਲ ਕਰਨ ਲੱਗ ਪਈਆਂ, ਤਾਂ ਅਸੀਂ ਅਸੀਂ ਖਾੜਕੂਵਾਦ, ਟੈਰਰਿਜ਼ਮ ਦੇ ਹੋਰ ਸਮੇਂ ਵੇਖੇ, ਪਰ ਉਹਨਾਂ ਦਾ ਪਿੱਛੇ ਕਿਤੇ ਮਕਸਦ ਹੁੰਦਾ ਸੀ। ਪਰ ਇੱਥੇ ਮਕਸਦ ਸਿਰਫ ਤੇ
ਸਿਰਫ ਇੱਕ ਰਾਜ ਕਰਨਾ, ਜਿਸ ਤਰ੍ਹਾਂ ਅਸੀਂ ਜਿਹੜਾ ਆਰਐਸਐਸ ਦਾ ਮੁਖੀ ਜਿਸ ਤਰ੍ਹਾਂ ਕਹਿੰਦਾ ਸੀ ਅਸੀਂ ਵੀ ਇਸ ਨੂੰ ਹਿੰਦੂ ਰਾਜ ਬਣਾਉਣਾ ਚਾਹੁੰਦੇ ਹਾਂ, ਤੇ ਇਸ ਕਰਕੇ ਅਸੀਂ ਇਹਦਾ ਹਿੰਦੁਸਤਾਨ ਦੇ ਲੋਕਾਂ ਨੂੰ ਵਿਰੋਧ ਕਰਨਾ ਪੈਣਾ, ਕਿਉਂਕਿ ਆਮ ਲੋਕਾਂ ਲਈ, ਗਰੀਬ ਲੋਕਾਂ ਲਈ, ਛੋਟੇ ਦੁਕਾਨਦਾਰਾਂ ਲਈ, ਛੋਟੇ ਵਪਾਰੀਆਂ ਲਈ, ਕਿਉਂਕਿ ਜਦੋਂ ਅਸੀਂ ਵੇਖਦੇ 150 ਜਥੇਬੰਦੀਆਂ ਸੀ, ਪਹਿਲਾਂ 150 ਬਹੁਰਾਸ਼ਟਰੀ ਕੰਪਨੀਆਂ ਸੀ, ਅੱਜ ਕਹਿੰਦੇ 4000 ਤੋਂ ਜ਼ਿਆਦੀਆਂ। ਅਸੀਂ ਆਹ ਬਾਜ਼ਾਰ ਦੇ ਵਿੱਚ ਕਿਤੇ ਨਿਕਲ ਜਾਈਏ, ਵੱਡੇ ਵੱਡੇ ਗੇਟ ਦੀਵਾਲੀ ਤੋਂ ਪਹਿਲਾਂ ਲੱਗੇ ਪਏ ਆ ਜੀ, ਸੈਮਸੰਗ ਦੇ, ਸੋਨੀ ਦੇ, ਹੋਰ ਵੱਡੇ ਵੱਡੇ ਸਾਡੇ ਬਣ ਗਏ ਜਿਹੜੇ ਤਾਂ ਮਾਲ ਬਣ ਗਏ। ਤਾਂ ਇਸ ਕਰਕੇ ਉਹਨਾਂ ਨੇ ਦੇਸ਼ ਨੂੰ ਲੁੱਟਣਾ ਸ਼ੁਰੂ ਕਰ, ਅਸੀਂ ਨਹੀਂ ਕਹਿੰਦੇ ਵੀ ਇਕੱਲੀਆਂ ਬਹੁਰਾਸ਼ਟਰੀ ਕੰਪਨੀਆਂ, ਉਸ ਤੋਂ ਇਲਾਵਾ ਸਾਡੇ ਵੀ ਜਿਹੜੇ ਪਹਿਲਾਂ ਅਸੀਂ ਥੋੜ੍ਹੇ ਜਿਹੇ ਮਿਲਦੇ ਸਾਂ, ਬਿਰਲੇ ਟਾਟਿਆਂ ਨੂੰ ਕਹਿੰਦੇ ਹੁੰਦੇ ਸਾਂ, ਉਸ ਤੋਂ ਬਾਅਦ ਕੀ ਆ ਗਿਆ, ਇਹ ਮੋਦੀ ਸਾਹਿਬ ਨੇ ਆ ਕੇ ਅਡਾਨੀ ਨੂੰ ਚੱਕਿਆ ਗੁਜਰਾਤ 'ਚੋਂ, ਉਹਨੂੰ ਅਰਬਾਂਪਤੀ ਬਣਾਤਾ, ਫਿਰ ਅਬਾਨੀ ਨਾਲ ਯਾਰੀ ਪਾ ਲਈ। ਤੇ ਅੱਜ ਦੇ ਸਮੇਂ ਦੇ ਵਿੱਚ ਸਾਡਾ ਦੇਸ਼ ਗਰੀਬੀ ਵੱਲ ਨੂੰ ਜਾ ਰਿਹਾ। ਇਹ ਕਹਿੰਦੇ ਸੀ ਰੁਜ਼ਗਾਰ ਦੇਵਾਂਗੇ, 15 ਲੱਖ ਰੁਪਈਆ ਦੇਵਾਂਗੇ, ਅਸੀਂ ਬੁਲਟ ਟ੍ਰੇਨ ਜਾਵਾਂਗੇ, ਸਾਰਾ ਕੁਝ ਹਵਾ 'ਚ ਉੱਡ ਗਿਆ। ਜੇ ਸਾਰਾ ਕੁਝ ਹਵਾ 'ਚ ਉੱਡ ਗਿਆ ਤਾਂ ਇਹ ਫਿਰ ਕੋਈ ਨਾ ਕੋਈ ਬਹਾਨਾ ਭਾਲ ਰਹੇ ਨੇ, ਕਦੀ ਚੀਨ ਦਾ, ਕਦੀ ਪਾਕਿਸਤਾਨ ਦਾ, ਕਦੀ ਪੁਲਵਾਮਾ ਦਾ, ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦੇਸ਼ 'ਤੇ ਰਾਜ ਕਰਦੇ ਰਹਿ ਜਾਈਏ, ਲੋਕ ਮਰਦੇ ਰਹਿ ਜਾਣ। ਤਾਂ ਇਸ ਕਰਕੇ ਜੇ ਇਹ ਗੱਲ ਸੀ, ਫਿਰ ਬਿਹਾਰ ਵਰਗੀ ਸਟੇਟ ਦੇ ਵਿੱਚ ਦੁਬਾਰਾ ਕਿਉਂ ਆਉਂਦੀ ਹੈ ਭਾਜਪਾ? ਦੇਖੋ, ਇਹ ਬਹੁਤ ਵੱਡਾ ਕਾਰਨ ਆ ਵੀ ਜਿਹੜੀ ਗੱਦੀ 'ਤੇ ਸਾਡੀਆਂ ਪਹਿਲੀਆਂ ਸਰਕਾਰਾਂ ਵੀ ਇਹ ਨਹੀਂ ਵੀ ਬੜੀਆਂ ਚੰਗੀਆਂ ਬੈਠੀਆਂ, ਪਰ ਗੱਲ ਇਹ ਜਦੋਂ ਗੱਦੀ 'ਤੇ ਕੋਈ ਬਹਿ ਜਾਂਦਾ ਆ ਤਾਂ ਉਹ ਜਦੋਂ ਮਾੜੀ ਮੋਟੀ ਕੁਰਸੀ ਹਿੱਲਦੀ ਆ ਕਿਤੇ ਨਾ ਕਿਤੇ, ਤਾਂ ਉਹ ਕੋਸ਼ਿਸ਼ ਕਰਦੇ ਉਹਨੂੰ ਫੇਰ ਟਿਕਾ ਲੈਂਦੇ ਨੇ ਕਿਤੇ ਨਾ ਕਿਤੇ ਲੋਕਾਂ ਵਿੱਚ ਜਾ ਕੇ, ਜਿਹੜਾ ਇਹਨਾਂ ਕੋਲੇ, ਕਿਉਂਕਿ ਦੇਖੋ ਪਿਛਲੇ ਸਮੇਂ 'ਚ ਅਸੀਂ ਟ੍ਰੈਂਡ ਸੁਣਿਆ ਵੀ 5 ਕਰੋੜ ਤੋਂ ਲੈ ਕੇ 200 ਕਰੋੜ ਦੇ ਵਿੱਚ ਦੇਖੋ ਇੱਕ ਐਮਐਲਏ ਵਿਕ ਰਿਹਾ, ਔਰ ਅਸੀਂ ਕਰਨਾਟਕਾ ਵਿੱਚ ਸੁਣਿਆ ਸੀ ਵੀ ਇੰਨਾ ਵੱਡਾ ਪੈਸਾ ਦੇ ਕੇ ਜੇ ਇੱਕ ਐਮਐਲਏ ਖਰੀਦਿਆ ਜਾ ਸਕਦਾ, ਤੇ ਹੇਠੋਂ ਸਾਰੀ ਅਫਸਰਸ਼ਾਹੀ ਸਾਰੀ ਲਾ ਦਿੱਤੀ ਜਾਂਦੀ ਆ। ਇਕੱਲੇ ਇਕੱਲੇ ਸਟੇਟ ਦੀ ਚੋਣ ਦੇ ਵਿੱਚ ਜਾ ਕੇ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਇੱਕੋ ਹੀ ਮਨਸ਼ਾ ਰਹਿ ਗਿਆ ਇਹਨਾਂ ਦਾ ਵੀ ਸਰਕਾਰ ਬਣਾਈ ਜਾਵੇ, ਲੋਕ ਜਾਣ ਠੱਠੇ ਖੂਹ 'ਚ। ਪੰਜਾਬ ਦਾ ਮੂਡ ਕੀ ਹੈ? ਕੀ ਪੰਜਾਬ 'ਚ ਵੀ ਬੀਜੇਪੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ, ਡੈਮੋਕ੍ਰੈਟਿਕ ਰਾਈਟ ਹੈ ਹਾਲਾਂਕਿ ਉਹਨਾਂ ਦਾ, ਸੰਵਿਧਾਨ ਰਾਈਟ ਦਿੰਦਾ, ਕਿ ਪੰਜਾਬ ਦਾ ਲੋਕ ਜਿਹੜੇ ਪੰਜਾਬ ਦੇ ਹੈ ਉਹ ਇੱਧਰ ਨੂੰ ਸ਼ਿਫਟ ਹੁੰਦੇ ਦਿਸਦੇ ਆ ਤੁਹਾਨੂੰ? ਨਹੀਂ, ਦੇਖੋ ਪੰਜਾਬ ਦਾ ਖਾਸਾ ਰਿਹਾ ਵੀ ਜਦੋਂ ਬਾਬਰ ਨੇ ਹਮਲਾ ਕੀਤਾ, ਐਤੀ ਮਾਰ ਪਈ, ਕਰਲਾਣੇ ਉਹਨਾਂ ਨੇ ਰੱਬ ਨੂੰ ਵੀ ਨਿਹੋਰਾ ਮਾਰਿਆ। ਦੇਖੋ, ਪੰਜਾਬ ਇੱਕ ਤਬਦੀਲੀ ਦਾ ਸੂਚਕ ਆ, ਲੋਕ ਅੱਜ ਨਹੀਂ ਤੇ ਕੱਲ੍ਹ ਕਿਤੇ ਨਾ ਕਿਤੇ ਉੱਠਣਗੇ, ਕਿਉਂਕਿ ਤਬਦੀਲੀ ਦਾ ਸੂਚਕ ਇਸ ਤਰ੍ਹਾਂ ਵੀ ਜਦੋਂ ਸਿਕੰਦਰ ਆਇਆ ਤਾਂ ਉਹਨੇ ਜਦੋਂ ਪੋਰਸ ਨੇ ਉਹਦਾ ਮੁਕਾਬਲਾ ਕੀਤਾ, ਉਹਨੇ ਵੇਖਿਆ ਵੀ ਕਿੰਨੀ ਬਹਾਦਰ ਕੌਮ ਆ, ਤਾਂ ਉਹਨੇ ਕਿਹਾ ਵੀ ਤੇਰੇ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਵੇ। ਤਾਂ ਹਰ ਕਿਤਾਬ ਦੇ ਵਿੱਚ ਲਿਖਿਆ, ਉਹ ਕਹਿੰਦਾ ਇੱਕ ਰਾਜਾ ਜਿਵੇਂ ਦੂਜੇ ਰਾਜੇ ਨਾ ਕਰਦਾ। ਇਸ ਕਰਕੇ ਪੰਜਾਬ ਦੀ ਧਰਤੀ ਜਿਹੜੀ ਆ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ, ਔਰ ਇੱਥੇ ਅਸੀਂ ਜਦੋਂ ਗੱਲ ਕਰਦੇ, ਅਸੀਂ ਬੰਦੇ ਬਹਾਦਰ ਦੀ ਗੱਲ ਕਰਦੇ ਹਾਂ, ਤਾਂ ਬੰਦੇ ਬਹਾਦਰ ਨੇ ਜਦੋਂ ਇੱਥੇ ਸਿੱਖ ਰਾਜ ਕਾਇਮ ਕੀਤਾ, ਨਾਲ ਦੀ ਨਾਲ ਹੀ ਉਹਨੇ ਜਿਹੜੀ ਜ਼ਮੀਨਾਂ ਦੀ ਵੰਡ ਕੀਤੀ, ਉਹ ਬੜੀ ਵਿਲੱਖਣ ਕਿਸਮ ਦੀ ਸੀ। ਹਿੰਦੁਸਤਾਨ 'ਚ ਪਹਿਲੀ ਵਾਰੀ ਵਾਪਰਿਆ ਵੀ ਕਿਸਾਨਾਂ ਨੂੰ ਮਾਲਕੀ ਦੇ ਹੱਕ ਮਿਲੇ, ਤੇ ਇਸ ਕਰਕੇ ਪਹਿਲਾਂ ਨਹੀਂ ਸੀ, ਉਦੋਂ ਪਹਿਲਾਂ ਨਹੀਂ ਸੀ, ਵੱਡੇ ਜ਼ਗੀਰਦਾਰਾਂ ਕੋਲੇ ਸੀ, ਇਸ ਕਰਕੇ ਛੋਟੇ ਕਿਸਾਨੀ ਨੂੰ ਹੱਕ ਨਹੀਂ ਮਿਲੇ। ਉਸ ਤੋਂ ਬਾਅਦ ਜਿਹੜੀ ਇੱਕ ਲਹਿਰ ਚੱਲੀ, ਜਿਵੇਂ ਹੁਣ ਅਸੀਂ ਮਾਨਸੇ ਦੀ, ਸੰਗਰੂਰ ਦੀ ਗੱਲ ਕਰਦੇ ਹਾਂ, ਤਾਂ ਇਸ ਲਹਿਰ ਦੇ ਵਿੱਚ ਜਦੋਂ ਅਸੀਂ ਆਜ਼ਾਦੀ ਘੁਲਾਟੀਏ, ਤੇਜਾ ਸਿੰਘ ਸੁਤੰਤਰ ਦੀ ਗੱਲ ਕਰਦੇ ਹਾਂ, ਜਗੀਰ ਸਿੰਘ ਜੋਗਾ ਦੀ ਗੱਲ ਕਰਦੇ ਹਾਂ, ਤੇ ਇਹਨਾਂ ਨੇ ਬੜੀ ਲੰਮੀ ਲੜਾਈ ਲੜੀ। ਤੇ ਉਦੋਂ ਬਾਅਦ ਫਿਰ ਵੱਡੇ ਜ਼ਗੀਰਦਾਰਾਂ ਕੋਲੇ ਹੌਲੀ ਹੌਲੀ ਬੰਦੇ ਬਹਾਦਰ ਤੋਂ ਬਾਅਦ ਰਜਵਾੜਾ ਸ਼ਾਹੀ ਕੋਲੇ ਜ਼ਮੀਨ ਚਲੀ ਗਈ ਸੀ, ਤਾਂ ਇਹਨੂੰ ਦੁਬਾਰਾ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਬੜਾ ਸਾਨੂੰ ਸੰਘਰਸ਼ ਕਰਨਾ ਪਿਆ, ਜੇਲ੍ਹਾਂ 'ਚ ਜਾਣਾ ਪਿਆ। ਇਸ ਕਰਕੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੀ ਹੁਣ ਜਮਾਤ ਬੈਠੀ ਹੋਈ ਆ, ਆਰਐਸਐਸ, ਸਾਰੀ ਦੁਨੀਆ ਜਾਣਦੀ ਆ ਵੀ ਇਹਨਾਂ ਨੇ ਆਜ਼ਾਦੀ ਦੀ ਜੰਗ ਦੇ ਵਿੱਚ ਕੋਈ ਬਹੁਤ ਹਿੱਸਾ ਨਹੀਂ ਪਾਇਆ ਗਾ। ਜਿਹੜੇ ਲੋਕਾਂ ਨੇ ਹਿੱਸਾ ਪਾਇਆ, ਪੰਜਾਬ ਦਾ ਵਾਰਸ ਆ, ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸ ਹਾਂ, ਅਸੀਂ ਕਰਤਾਰ ਸਿੰਘ ਸਰਾਭੇ ਦੇ ਵਾਰਸ ਹਾਂ, ਅਸੀਂ ਇੱਥੇ ਗੁਰੂਆਂ ਦੀ ਧਰਤੀ ਦੇ ਵਾਰਸ ਹਾਂ। ਅਸੀਂ ਜਾਣਦੇ ਹਾਂ ਵੀ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਬੰਗਾਲ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸ ਕਰਕੇ ਅੱਜ ਪੰਜਾਬ ਸੁੱਤਾ ਨਹੀਂ ਰਹਿ ਸਕਦਾ ਇਸ ਸਮੇਂ। ਮੈਨੂੰ ਇਹ ਦੱਸੋ ਕਿ ਇਸ ਸੰਘਰਸ਼ ਦੇ ਵਿੱਚ ਹੁਣ ਤੱਕ ਕੀ ਖੱਟਿਆ ਤੇ ਕੀ ਗਵਾਇਆ? ਦੇਖੋ, ਹਰ ਲਹਿਰ, ਜਿਵੇਂ ਅੱਜ ਤੇਜਾ ਸਿੰਘ ਸੁਤੰਤਰ ਦਾ ਨਾਂ ਲੈ ਰਹੇ ਹਾਂ, ਜੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਰਹੇ ਹਾਂ, ਲੜਾਈ ਤਾਂ ਸਦਾ ਚੱਲਦੀ ਰਹੀ ਆ। ਹਰ ਲੜਾਈ ਦੇ ਵਿੱਚ ਜੇ ਅਸੀਂ ਚੁੱਪ ਰਹੇ ਤਾਂ ਸਾਨੂੰ ਅਗਲੀਆਂ ਪੀੜ੍ਹੀਆਂ ਮਾਫ ਨਹੀਂ ਕਰਦੀਆਂ। ਸੰਘਰਸ਼ ਸਦਾ ਚੱਲਦਾ ਰਹਿੰਦਾ ਆ, ਦੀਵਾ ਸਦਾ ਜਗਦਾ ਰਹਿੰਦਾ ਆ। ਇਸ ਕਰਕੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ, ਉਹ ਜਾਗਦੇ ਰਹਿੰਦੇ ਨੇ, ਉਹ ਕਿਤੇ ਵੀ ਹੋਣ, ਤਾਂ ਉਹਨਾਂ ਦਾ ਕਦੇ ਵੀ ਉਹਨਾਂ ਦਾ ਮਨ ਨਹੀਂ ਕਰਦਾ ਵੀ ਅਸੀਂ ਜਿਉਂਦੇ ਹੋਏ ਮਰ ਜਾਈਏ। ਹਵਾ ਵਹਿੰਦੀ ਹਵਾ ਨਾਲ ਸਾਰੇ ਲੋਕ ਸਦਾ ਨਹੀਂ ਵਹਿੰਦੇ, ਜੋ ਅੜਦੇ ਨੇ ਉਹ ਹੀ ਦੁਨੀਆ ਨੂੰ ਕੁਝ ਦੇ ਕੇ ਜਾਂਦੇ ਨੇ, ਤੇ ਨਹੀਂ ਤਾਂ ਕਦੇ ਦੀ ਦੁਨੀਆ ਖਤਮ ਹੋ ਜਾਂਦੀ। ਇਹਨਾਂ ਕਾਨੂੰਨਾਂ ਨੂੰ ਕਿਵੇਂ ਸਮਝਾ ਸਕੇ ਹੋ ਪਿੰਡਾਂ 'ਚ ਤੁਸੀਂ ਜਾ ਕੇ? ਕਿਉਂਕਿ ਤੁਸੀਂ ਕਹਿ ਰਹੇ ਹੋ ਇਸ ਇਲਾਕੇ 'ਚ, ਜਿਵੇਂ ਮੈਂ ਵੀ ਪਹਿਲਾਂ ਆਪਣੀ ਓਪਨਿੰਗ 'ਚ ਵੀ ਗੱਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੀ ਅਣਹੋਂਦ ਰਹੀ ਹੈ। ਤੁਸੀਂ ਕਿਹਾ ਕਿ ਵੱਡੇ ਘਰ ਰਹੇ ਪੋਲੀਟੀਕਲ, ਉਹਨਾਂ ਕਰਕੇ ਜਥੇਬੰਦੀਆਂ ਪੈਦਾ ਹੀ ਨਹੀਂ ਹੋਣ ਦਿੱਤੀਆਂ ਗਈਆਂ। ਤਾਂ ਤੁਸੀਂ ਪਿੰਡਾਂ 'ਚ ਕਿਵੇਂ ਪਹੁੰਚੇ ਹੋ ਔਰ ਕਿਵੇਂ ਇਹਦੇ ਬਾਰੇ ਦੱਸਿਆ ਕਿ ਕੀ ਨੇ ਔਰ ਇਹਦਾ ਨੁਕਸਾਨ ਕੀ ਹੈ? ਹਾਂ, ਬਿਲਕੁਲ, ਅਸੀਂ ਕਹਿ ਰਹੇ ਹਾਂ ਵੀ ਜਦੋਂ ਤੋਂ
ਸਨ 90 ਦੇ ਵਿੱਚੋਂ ਖੇਤੀਬਾੜੀਆਂ ਦੇ ਕਾਨੂੰਨਾਂ ਨੂੰ ਬਦਲਿਆ ਗਿਆ। ਬੇਸ਼ੱਕ ਉਹ ਪਹਿਲੀ ਸਰਕਾਰ ਜਦੋਂ ਕਾਂਗਰਸ ਨੇ ਬਦਲਿਆ, ਪਰ ਉਸ ਤੋਂ ਬਾਅਦ ਉਹਨੂੰ ਲਾਗੂ ਕਰਨ ਦੇ ਵਿੱਚ ਬਹੁਤ ਟਾਈਮ ਲੱਗਾ, ਪਰ ਇਹਨਾਂ ਲਾਗੂ ਨਹੀਂ ਸੀ ਕੀਤਾ। ਪਰ ਜਦੋਂ ਦੀ ਮੋਦੀ ਸਰਕਾਰ ਬੈਠੀ, ਇਹਨੇ ਤੇਜ਼ੀ ਨਾਲ ਬਦਲਣ ਦੀ ਕੋਸ਼ਿਸ਼ ਕੀਤੀ, ਬਹੁਰਾਸ਼ਟਰੀ ਕੰਪਨੀਆਂ ਨੂੰ ਸੱਦਾ ਦਿੱਤਾ ਸਾਡੇ ਦੇਸ਼ ਨੂੰ ਬਰਬਾਦ ਕਰਨ ਲਈ। ਤੇ ਇਹਨਾਂ ਨੇ ਪਹਿਲਾ ਜਿਹੜਾ ਨਾਅਰਾ ਦਿੱਤਾ, ਇਹ ਪਹਿਲਾਂ ਵੀ ਕਿਹਾ ਗਿਆ ਸੀ ਵੀ ਖੁੱਲੀ ਮੰਡੀ, ਔਰ ਕਿਸਾਨ ਜਥੇਬੰਦੀਆਂ ਖੁੱਲੀ ਮੰਡੀ ਦਾ ਡਟ ਕੇ ਵਿਰੋਧ ਕਰਦੀਆਂ ਨੇ। ਖੁੱਲੀ ਮੰਡੀ ਦਾ ਕਨਸੈਪਟ ਅਸੀਂ ਆਪਦੇ ਮੁਕਤਸਰ ਜ਼ਿਲ੍ਹੇ 'ਚ ਦੇਖਿਆ, ਬਹੁਤ ਸਾਰੇ ਟਰੱਕ ਫੜੇ ਜਿਹੜੇ ਜਿਵੇਂ ਬਿਹਾਰ ਤੋਂ ਚੱਲਿਆ, ਬਿਹਾਰ ਤੋਂ ਕੋਈ ਟਰਾਲੀ ਵਾਲਾ ਨਹੀਂ ਆਇਆਗਾ, ਕੋਈ ਗੱਡੇ ਵਾਲਾ ਨਹੀਂ ਆਇਆਗਾ, ਕੋਈ ਸਾਈਕਲ ਤੇ ਨਹੀਂ ਝੋਨਾ ਲੈ ਕੇ ਆਇਆ, ਟਰੱਕਾਂ ਦੇ ਵਿੱਚ ਉੱਥੋਂ ਦਾ ਬਾਰਦਾਨਾ ਪਾ ਕੇ ਬੋਰੀਆਂ ਭਰ ਕੇ ਲਿਆ ਕੇ ਪੰਜਾਬ 'ਚ। ਦੇਖੋ ਇਹ ਸਾਰਾ ਕੁਝ ਕੀ ਹੋਇਆ। ਖੁੱਲੀ ਮੰਡੀ ਵੱਡੇ ਵਪਾਰੀ ਵਾਸਤੇ ਆ, ਅਡਾਨੀ ਵਾਸਤੇ ਆ, ਜਿਹੜਾ 2000 ਕਿੱਲੇ ਦੇ ਵਿੱਚ ਆਪਦਾ ਮੌਲ ਬਣਾਏਗਾ ਉਹਦੇ ਵਾਸਤੇ ਆ, ਨਾ ਕਿ ਗਰੀਬ ਕਿਸਾਨ ਵਾਸਤੇ ਵੀ ਇੱਥੋਂ ਅਸੀਂ ਨਰਮਾ ਜਾ ਕੇ ਯੂਪੀ ਬਿਹਾਰ ਵੇਚ ਲਾਂਗੇ, ਜਾਂ ਅਸੀਂ ਬੰਬੇ ਜਾ ਕੇ ਜਿੱਥੇ ਸਾਡਾ ਕੱਪੜਾ ਬਣਦਾ ਉੱਥੇ ਵੇਚ ਲਾਂਗੇ। ਇਸ ਕਰਕੇ ਖੁੱਲੀ ਮੰਡੀ ਨੂੰ ਅਸੀਂ ਸਿੱਧਾ ਦੱਸਿਆ ਜ਼ਿਮੀਂਦਾਰਾਂ ਨੂੰ ਵੀ ਬਾਈ ਖੁੱਲੀ ਮੰਡੀ ਸਾਨੂੰ ਮਾਰਨ ਵਾਸਤੇ ਆ। ਸਾਨੂੰ ਖੁੱਲੀ ਮੰਡੀ ਦੀ ਲੋੜ ਇਸ ਤਰ੍ਹਾਂ ਵੀ ਮੰਡੀਆਂ ਵੱਧ ਤੋਂ ਵੱਧ ਹੋਣ, ਕਿਸਾਨਾਂ ਦੇ ਉੱਥੇ ਰਹਿਣ ਲਈ ਸਹੂਲਤਾਂ ਹੋਣ, ਉਹਨਾਂ ਨੂੰ ਜਿਹੜਾ MSP ਤੇ ਫਸਲ ਵਿਕੇ, ਉਹਨਾਂ ਦੀ ਫਸਲ ਖਰਾਬ ਨਾ ਹੋਵੇ। ਜਿਹੜੀਆਂ ਰਹਿੰਦੀਆਂ ਫਸਲਾਂ MSP ਦਾ ਐਲਾਨ ਕੀਤਾ ਹੋਇਆ ਜਿੰਨੀਆਂ ਵੀ ਫਸਲਾਂ ਤੇ, ਉਹਨਾਂ ਸਾਰੀਆਂ ਫਸਲਾਂ ਤੇ ਜ਼ਿਮੀਂਦਾਰ ਨੂੰ ਕੀਮਤ ਸਾਰੀ ਮਿਲੇ। ਦੂਸਰੀ ਜਿਹੜੀ ਅਸੀਂ ਬੜੀ ਗੱਲ ਕੀਤੀ ਭੰਡਾਰਨ, ਦੂਸਰਾ ਜਿਹੜਾ ਹੈ, ਜਦੋਂ ਅਸੀਂ ਦੇਸੀ ਸ਼ਬਦਾਂ 'ਚ ਦੱਸਦੇ ਹਾਂ ਭੰਡਾਰਨ ਦਾ ਮਤਲਬ ਇਹ ਵੀ ਜਿਹੜੇ ਵੱਡੇ ਇਹਨਾਂ ਨੇ ਗਡਾਊਨ ਬਣਾ ਲੈਣੇ ਆ। ਆਲੂ ਗੰਢਾ ਟਮਾਟਰ ਜਦੋਂ ਆਂਧਰਾ 'ਚ ਹੁੰਦਾ, ਪੰਜਾਬ 'ਚ ਹੁੰਦਾ, ਜਲੰਧਰ 'ਚ ਹੁੰਦਾ, ਜਿਹੜੀ ਵੀ ਫਸਲ ਜਦੋਂ ਹੁੰਦੀ ਆ ਉਹ 50 ਪੈਸੇ ਤੋਂ 2 ਰੁਪਏ ਕਿਲੋ ਖਰੀਦ ਕੇ ਸਾਨੂੰ ਉਹਦਾ ਰੇਟ ਜਿਹੜਾ 50 ਰੁਪਏ 60 ਰੁਪਏ 100 ਰੁਪਏ ਵੇਚੀ ਜਾਂਦੀ ਆ। ਇਸੇ ਤਰ੍ਹਾਂ ਸਾਡੀ ਜਿਹੜਾ ਕਣਕ ਝੋਨਾ ਵੀ ਜਦੋਂ ਇਹਨਾਂ ਨੇ ਵੱਡੇ ਗਡਾਊਨਾਂ 'ਚ ਰੱਖ ਲਿਆ ਵਪਾਰੀ ਨੇ, ਜਿਵੇਂ ਹੁਣ ਅਸੀਂ ਜਿਹੜੇ ਟਰੱਕ ਇੱਥੇ ਫੜੇ ਸੀ 1200 ਰੁਪਏ ਜਿਹੜਾ ਇਹ ਝੋਨਾ ਜ਼ਿਆਦਾ ਖਰੀਦ ਰਿਹਾ, 1800 ਰੁਪਏ ਵਾਲਾ 1900 ਰੁਪਏ ਵਾਲਾ ਯੂਪੀ ਬਿਹਾਰ 'ਚੋਂ। ਸਾਡਾ ਵੀ ਜਦੋਂ 1200 ਰੁਪਏ ਵਿਕਿਆ, ਇਹ ਰੇਟ ਵੇਚਣਗੇ, ਇਹ ਮੁੜ ਕੇ ਉਹਨੂੰ ਜਿਹੜਾ ਚੌਲ ਕੱਢ ਕੇ 100 ਰੁਪਏ 125 ਰੁਪਏ 150 ਰੁਪਏ 200 ਰੁਪਏ ਵੇਚਣਗੇ। ਇਸ ਕਰਕੇ ਇੰਨਾ ਵੱਡਾ ਮੁਨਾਫਾ ਖਾਣਗੇ। ਗੰਢਾ 100 ਰੁਪਏ ਵੇਚਣਗੇ। ਅਸੀਂ ਚਾਹੁੰਦੇ ਹਾਂ ਵੀ ਭੰਡਾਰਨ, ਜ਼ਿਮੀਂਦਾਰ ਭੰਡਾਰ ਨਹੀਂ ਕਰ ਸਕਦਾ। ਸੁਸਾਇਟੀਆਂ ਸੀ ਸਾਡੀਆਂ, ਸੁਸਾਇਟੀਆਂ ਇਹਨਾਂ ਨੇ ਖਤਮ ਕਰਤੀਆਂ, ਗ੍ਰਾਮ ਪੰਚਾਇਤਾਂ ਦੇ ਅਧਿਕਾਰ ਖਤਮ ਕਰਤੇ। ਸਾਡੇ ਵਿਧਾਨ ਦੇ ਵਿੱਚ ਲਿਖਿਆ ਸੀ, ਮਹਾਤਮਾ ਗਾਂਧੀ ਨੇ ਵੀ ਕਿਹਾ ਸੀ, ਸਾਡੇ ਦੇਸ਼ ਦੇ ਵਿੱਚ ਇਹ ਸੀ ਜਦੋਂ ਸੰਵਿਧਾਨ ਬਣਿਆ ਸੀ, ਅੰਬੇਦਕਰ ਨੇ ਵੀ ਕਿਹਾ ਸੀ। ਤਾਂ ਉਹ ਇਹਨਾਂ ਨੇ ਸੁਸਾਇਟੀ ਦਾ ਜਿਹੜਾ ਸੀ ਸਾਂਝਾ ਕੰਮ ਸੀ ਜਿਹੜਾ, ਉਹਨੂੰ ਤਲਾਂਜਲੀ ਦੇ ਰਹੇ ਆ, ਔਰ ਸਾਰਾ ਦੇਸ਼ ਜਿਹੜਾ ਆ ਬਹੁਰਾਸ਼ਟਰੀ ਕੰਪਨੀਆਂ ਨੂੰ ਵੇਚ ਰਹੇ ਨੇ। ਤੁਹਾਡੇ ਨਾਲ ਨੌਜਵਾਨ ਜੁੜਿਆ ਕਿਉਂਕਿ ਬਹੁਤ ਇੱਕ ਕ੍ਰਾਈਸਿਸ ਰਿਹਾ ਕਿ ਨੌਜਵਾਨ ਜਿਹੜਾ ਉਹ ਆਪਦੀਆਂ ਚੀਜ਼ਾਂ ਦੇ ਵਿੱਚ ਬਿਜ਼ੀ ਹੈ, ਉਹਦੇ ਕੋਲ ਸਮਾਂ ਨਹੀਂ ਹੈ ਹੁਣ ਇਹਨਾਂ ਚੀਜ਼ਾਂ ਦਾ। ਤਾਂ ਲਹਿਰਾਂ ਜਦੋਂ ਸੰਘਰਸ਼ ਪੁਰਾਣੇ ਦੌਰ ਦੇ ਉੱਠਦੇ ਰਹੇ ਤਾਂ ਉਹਦੇ 'ਚ ਨੌਜਵਾਨ ਹਿੱਸਾ ਲੈਂਦੇ ਰਹੇ। ਭਗਤ ਸਿੰਘ ਹੁਣੇ ਬਹੁਤ ਛੋਟੀ ਉਮਰ 'ਚ, ਕਰਤਾਰ ਸਿੰਘ ਸਰਾਭਾ ਹੁਣਾਂ ਨੇ ਹਿੱਸਾ ਲਿਆ, ਪਰ ਹੁਣ ਦਾ ਨੌਜਵਾਨ ਨਹੀਂ ਹੈ। ਤਾਂ ਤੁਸੀਂ ਇਹ ਤਬਦੀਲੀ ਥੋੜ੍ਹੀ ਬਹੁਤ ਦੇਖੀ ਹੈ? ਦੇਖੋ ਜੀ, ਜਦੋਂ ਅਸੀਂ ਜਾ ਕੇ ਨਾ ਕਿਤੇ ਗੱਲਾਂ ਬੋਲਦੇ ਹਾਂ ਤੇ ਵੀ ਜਦੋਂ ਲੋਕ ਜਾਗ ਪੈਂਦੇ ਨੇ, ਉਦੋਂ ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਲੋਕਾਂ ਨੇ ਟਰੱਕ ਰੋਕੇ, ਲੋਕਾਂ ਨੇ ਮੰਡੀਆਂ ਦੇ ਵਿੱਚ ਬੜੇ ਵੱਡੇ ਧਰਨੇ ਦਿੱਤੇ, ਚੌਂਕਾਂ ਨੂੰ ਰੋਕਿਆ, ਸੜਕਾਂ ਨੂੰ ਰੋਕਿਆ, ਤਾਂ ਉੱਥੇ ਬਜ਼ੁਰਗਾਂ ਦੇ ਨਾਲ ਪਹਿਲਾਂ ਬਜ਼ੁਰਗ ਸੀ, ਹੌਲੀ ਹੌਲੀ ਜਿਹੜੀ ਨੌਜਵਾਨ ਪੀੜ੍ਹੀ ਆਈ, ਔਰ ਬਿਲਕੁਲ ਨਵੀਂ ਜਿਹੜੇ ਹੈ ਸੀ ਗਬਰੇਟ ਮੁੰਡੇ ਵੀ, ਜਿਹੜੇ 18-20 ਸਾਲ ਦੇ ਮੁੰਡੇ ਵੀ ਆਏ। ਤਾਂ ਉਹਨਾਂ ਨੇ ਜਦੋਂ ਸਾਡੀਆਂ ਗੱਲਾਂ ਸੁਣਦੇ ਨੇ, ਜਦੋਂ ਜਿਹੜੇ ਕਿਸਾਨਾਂ ਦੇ ਪੁਰਾਣੇ ਲੀਡਰ ਨੇ, ਜਦੋਂ ਇਹਨਾਂ ਬਾਰੇ ਦੱਸਦੇ ਨੇ, ਗਦਰੀ ਬਾਬਿਆਂ ਬਾਰੇ ਦੱਸਦੇ ਨੇ, ਭਗਤ ਸਿੰਘ ਬਾਰੇ ਦੱਸਦੇ ਨੇ, ਦੇਸ਼ ਦੀਆਂ ਲਹਿਰਾਂ ਬਾਰੇ ਦੱਸਦੇ ਨੇ, ਜਦੋਂ ਉੱਥੇ ਗੀਤ ਗਾਉਂਦੇ ਨੇ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਕੱਲੀਆਂ ਨੇ, ਜਦੋਂ ਇਸ ਤਰ੍ਹਾਂ ਦੇ ਲਏ ਮਸ਼ਾਲੇ ਚੱਲ ਪੜੇ ਹਨ ਲੋਕ ਮੇਰੇ ਗਾਂਵ ਕੇ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ, ਵੱਡੀਆਂ ਮੀਟਿੰਗਾਂ ਦੇ ਵਿੱਚ ਲੋਕ ਗਾਉਣ ਲੱਗੇ। ਤਾਂ ਇਸ ਕਰਕੇ ਲੋਕਾਂ ਨੂੰ ਇੱਕ ਝੰਡੇ ਦੇ ਅਰਥ, ਜੇ ਦੇਖੋ ਝੰਡਾ ਇੱਕ ਜਿਹੜਾ ਸੀ, ਜਦੋਂ ਅਸੀਂ ਵੀ ਕਹਿੰਦੇ ਹਾਂ ਪੰਜਾਬ ਦੇ ਵਿੱਚ, ਅਸੀਂ ਜਦੋਂ ਕਿਤੇ ਗੁਰਦੁਆਰਾ ਵਿਹਣੇ ਆ ਤਾਂ ਅਸੀਂ ਬੜੀ ਦੂਰ ਵਿਹਣੇ ਆ, ਨਿਸ਼ਾਨ ਸਾਹਿਬ ਦੇਖਦੇ ਉੱਥੇ ਇੱਕ ਝੰਡਾ ਝੁੱਲ ਰਿਹਾ ਹੁੰਦਾ। ਤੇ ਜਦੋਂ ਨੌਜਵਾਨਾਂ ਨੂੰ ਪਤਾ ਲੱਗਾ ਵੀ ਜਿਹੜਾ ਸਾਡਾ ਆਜ਼ਾਦੀ ਵਾਲਾ ਝੰਡਾ ਸੀ, ਜਿਹੜਾ ਸਾਡੇ ਦੇਸ਼ ਦੇ ਵਿੱਚ ਭਗਤ ਸਿੰਘ ਨੇ ਗੱਡਿਆ ਸੀ, ਜਿਹੜਾ ਗਦਰੀ ਬਾਬੇ ਨੇ ਗੱਡਿਆ ਸੀ, ਇਹਨੂੰ ਖਤਰਾ ਹੋ ਗਿਆ। ਤਾਂ ਜਦੋਂ ਨੌਜਵਾਨਾਂ 'ਚ ਗੱਲ ਜਾਂਦੀ ਆ, ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆ ਸਭ ਦੇ ਇਹ ਹੈ, ਉਹਨਾਂ ਦੀ ਅੰਦਰ ਤੱਕ ਗੱਲ ਜਾਂਦੀ, ਉਹ ਰੂਹ ਜਾਗਦੀ ਆ, ਔਰ ਅੱਜ ਦਾ ਨੌਜਵਾਨ ਵੀ ਆਏਗਾ, ਹੋਰ ਵੀ ਆਏਗਾ। ਤੁਹਾਨੂੰ ਲੱਗਦਾ ਕਿ ਪੰਜਾਬ ਦਾ ਇਹ ਕਰੈਕਟਰ ਹੈ, ਪੰਜਾਬ ਦੇ ਖੂਨ 'ਚ ਹੈ, ਭਾਵੇਂ ਉਹ ਥੋੜ੍ਹੀ ਦੇਰ ਸਮੇਂ ਵਾਸਤੇ ਦਬ ਜੇ, ਪਰ ਉਹ ਥੋੜ੍ਹੀ ਦੇਰ ਬਾਅਦ ਦੁਬਾਰਾ ਉੱਠਦਾ ਜ਼ਰੂਰ ਹੈ? ਦੇਖੋ ਜੀ, ਇਹ ਤਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਸੀਂ ਵੇਖਿਆ, ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਤੱਕ ਦੀ, ਤਾਂ ਵੇਖੋ ਅੱਜ ਮੁਗਲਾਂ ਨੂੰ ਕੋਈ ਨਹੀਂ ਜਾਣਦਾ, ਮੁਗਲਾਂ ਦੀ ਸਲਤਨਤ ਖਤਮ ਹੋ ਗਈ, ਕਿਤੇ ਮੁਗਲਾਂ ਦਾ ਨਾਂ ਨਿਸ਼ਾਨ ਨਹੀਂ ਲੱਭਦਾ। ਤੇ ਅੱਜ ਪੰਜਾਬ ਦੇ ਵਿੱਚ ਕਿਤੇ ਚੱਲ ਜਾਓ, ਸਾਰੀ ਦੁਨੀਆ ਦੇ ਵਿੱਚ ਚੱਲ ਜਾਓ, ਔਰ ਪੰਜਾਬੀਆਂ ਦਾ ਡੰਕਾ, ਔਰ ਪੰਜਾਬੀਆਂ ਦਾ ਨਾਂ ਆ, ਔਰ ਪੰਜਾਬੀਆਂ ਦੇ ਨਾਂ 'ਤੇ ਸ਼ਹਿਰ ਵਸ ਗਏ। ਔਰ ਇਹਦਾ ਕਾਰਨ ਇਹੋ ਹੀ ਆ ਵੀ ਪੰਜਾਬੀ ਬਹੁਤ ਜ਼ਿਆਦਾ ਹਿੰਮਤੀ ਨੇ। ਔਰ ਜੇ ਅੱਜ ਆਵਾਜ਼ ਕੱਢ ਰਹੇ ਨਹੀਂ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਕਈ ਵਾਰ ਆਪਾਂ ਗੱਲ ਕਰ ਲੈ ਪੈਂਦੇ ਵੀ ਇੱਕ ਸਟੇਟ ਜੋ ਹਾਰ ਗਏ ਜੀ, ਜਾਂ ਕਿਤੇ ਘਟ ਰਹੇ ਆ। ਦੇਖੋ, ਰਾਜਨੀਤਿਕ ਪਾਰਟੀਆਂ ਜਦੋਂ ਗੱਦੀ 'ਤੇ ਬਹਿ ਜਾਂਦੀਆਂ ਨੇ, ਇਹਨਾਂ ਨੂੰ ਦਾਅ ਪੇਚ ਬਹੁਤ ਆਉਂਦੇ ਨੇ, ਸਾਰੀ ਅਫਸਰਸ਼ਾਹੀ ਇਹਨਾਂ ਵੱਲ ਪਲਟ ਜਾਂਦੀ ਆ।
ਸਾਰੇ ਜਿੰਨੇ ਅਮੀਰ ਲੋਕ ਆ, ਸਾਰੀਆਂ ਬਹੁਰਾਸ਼ਟਰੀ ਕੰਪਨੀਆਂ, ਆਪਦੇ ਦੇਸ਼ ਦੇ ਜਿੰਨੇ ਧਨਾੜ ਲੋਕ ਨੇ, ਉਹ ਜਦੋਂ ਤੁਹਾਡੇ ਨਾਲ ਆ ਗਏ ਤਾਂ ਇਸ ਕਰਕੇ ਇਹਨਾਂ ਨੂੰ ਲਾਉਣਾ ਐਡਾ ਸੌਖਾ ਨਹੀਂ। ਇਹਨਾਂ ਨੂੰ ਲਾਉਣ ਲਈ ਲਾਮਬੰਦੀ ਕਰਨੀ ਪੈਂਦੀ ਆ ਔਰ ਦਿਨ ਰਾਤ ਕੰਮ ਕਰਨਾ ਪੈਂਦਾ ਆ, ਔਰ ਬਹੁਤ ਸਾਰੇ ਲੋਕ ਕਰ ਰਹੇ ਨੇ। ਜਦੋਂ ਅਸੀਂ ਵੇਖਦੇ ਹਾਂ ਵੀ ਕਿੰਨੀਆਂ ਔਰਤਾਂ, ਕਿੰਨੀਆਂ ਬੱਚੇ ਅੱਜ ਕੱਲ੍ਹ ਧਰਨਿਆਂ 'ਤੇ ਬੈਠੇ ਨੇ, ਕਿੰਨੇ ਲੋਕ ਜਾ ਰਹੇ ਨੇ ਦਿੱਲੀ ਵੱਲ। ਅਸੀਂ ਕਹਿੰਦੇ ਕਿਵੇਂ 27 ਤੇ 28 26 27 ਨੂੰ ਧਰਨੇ ਹੋਣੇ, ਕਿਵੇਂ ਲੱਖਾਂ ਲੋਕ ਜਾਣਗੇ। ਤੁਹਾਨੂੰ ਲੱਗਦਾ ਹੈ ਇਹ ਲੋਕ ਉਧਰ ਨੂੰ ਪੰਜਾਬ ਦੇ ਨਾਲ ਹੋਰ ਸੂਬਿਆਂ ਦੇ ਕੂਚ ਕਰਨਗੇ ਦਿੱਲੀ ਨੂੰ? ਦੇਖੋ ਬਿਲਕੁਲ ਕਰਨਗੇ, ਬਿਲਕੁਲ ਕਰਨਗੇ। ਦੇਖੋ ਕਿਸਾਨ ਜਥੇਬੰਦੀਆਂ ਦੀ ਹੋਂਦ ਸਾਰੇ ਹਿੰਦੁਸਤਾਨ ਭਰ ਦੇ ਵਿੱਚ ਆ। ਇਹ ਤਾਂ ਹੈ ਹੀ ਨਹੀਂ ਵੀ ਇਕੱਲੇ ਪੰਜਾਬ 'ਚ। ਪੰਜਾਬ ਦੇ ਇਲਾਕੇ ਤੋਂ ਲੋਕ ਜਾਣਗੇ, ਤੁਹਾਨੂੰ ਲੱਗਦਾ? ਉਮੀਦ ਹੈਗੀ? ਬਿਲਕੁਲ ਜਾਣਗੇ ਜੀ, ਬਿਲਕੁਲ ਜਾਣਗੇ। ਸਾਡੇ ਇਲਾਕੇ 'ਚੋਂ ਵੀ ਲੋਕ ਜਾਣਗੇ, ਹਰ ਕੋਨੇ 'ਚੋਂ, ਸਾਡੇ ਪੰਜਾਬ ਦੇ 'ਚੋਂ, ਹਰ ਦੇਸ਼ ਦੇ ਕੋਨੇ 'ਚੋਂ ਆਉਣਗੇ। ਜੇ ਦੇਖੋ ਕੇਰਲਾ ਦੇ ਲੋਕ ਕਹਿ ਰਹੇ ਆਵਾਂਗੇ, ਕਰਨਾਟਕਾ ਦੇ ਲੋਕ ਕਹਿ ਰਹੇ ਜੇ ਆਵਾਂਗੇ, ਤੇ ਪੰਜਾਬ ਤਾਂ ਦਿੱਲੀ ਦਾ ਫਿਰ ਵੀ ਸਹੀ ਲੱਗੇ ਆ। ਪਰ ਇਸ ਇਲਾਕੇ ਬਾਰੇ ਕਿਹਾ ਜਾਂਦਾ ਨਾ ਕਿ ਬਹੁਤ ਵੱਡੀਆਂ ਭਾਰੀਆਂ ਜ਼ਮੀਨਾਂ ਵਾਲੇ ਲੋਕ ਨੇ, 100 ਕਿੱਲੇ ਦੇ ਮਾਲਕ ਨੇ ਇੱਥੇ ਲੋਕ। ਇਹਨਾਂ ਨੂੰ ਅਸਰ ਘੱਟ ਪੈ ਰਿਹਾ, ਵੱਡੇ ਜ਼ਿਮੀਂਦਾਰ ਨੂੰ ਕੋਈ ਅਸਰ ਨਹੀਂ। ਉਹ ਆਪਦਾ ਬੈਠਾ ਹੈ ਕਮਰੇ ਦੇ ਅੰਦਰ, ਜਾਂ ਉਹ ਚੰਡੀਗੜ੍ਹ ਉਹਦੀ ਕੋਠੀ ਹੈ, ਉਹ ਚੰਡੀਗੜ੍ਹ ਬੈਠਾ ਹੈ ਜਾ ਕੇ। ਦੇਖੋ ਗੱਲ ਇਹ ਹੈ ਵੀ ਜਦੋਂ ਅਗਲੇ ਨੂੰ ਪਤਾ ਲੱਗ ਗਿਆ ਵੀ ਮੇਰੀ ਅਗਲੇ 4-5 ਸਾਲਾਂ ਨੂੰ ਫਸਲ ਨਹੀਂ ਵਿਕਣੀ, ਤੇ ਉਹ ਭਾਵੇਂ ਉਹਦੀ 100 ਕਿੱਲਾ ਤੇ ਭਾਵੇਂ 200 ਕਿੱਲਾ, ਤੇ ਜਦੋਂ ਦੇਖੋ ਘਾਟਾ ਤੁਹਾਨੂੰ ਵੀ ਬੜਾ ਵੱਡਾ ਪੈਣਾ। ਜਦੋਂ ਉਹਦਾ ਅਨਾਜ ਨਾ ਵਿਕਿਆ, ਜਦੋਂ ਮੰਡੀ ਦੇ ਵਿੱਚ ਉਹਨੂੰ ਧੱਕੇ ਖਾਣੇ ਪਏ, ਜਦੋਂ ਉਹਦੇ ਘਰ ਆ ਕੇ ਵਪਾਰੀ ਨੇ 1900 ਦੀ ਬਜਾਏ 1950 ਦੇ ਬਜਾਏ ਉਹਦਾ 1200 ਰੁਪਈਆ ਰੇਟ ਲਾਇਆ, ਤੇ ਜਦੋਂ ਉਹਦੀ ਫਸਲ ਰੁਲ ਗਈ ਤਾਂ ਉਹਦੇ ਕੋਲੇ ਬਦਲਵਾਂ ਹੱਲ ਉਹਦੇ ਕੋਲੇ ਵੀ ਕੋਈ ਨਹੀਂ। ਸਾਡੀ ਸਰਕਾਰ ਨੇ ਕੋਈ ਬਦਲਵਾਂ ਹੱਲ ਨਹੀਂ ਦਿੱਤਾ ਗਾ, ਤੇ ਇਸ ਕਰਕੇ ਪੰਜਾਬ ਨੂੰ ਡੋਬਣ ਦੀ ਤਿਆਰੀ ਆ। ਤੇ ਇਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਜੰਮੂ ਕਸ਼ਮੀਰ ਦੀ ਉਹਨੂੰ 2 ਹਿੱਸਿਆਂ ਦੇ ਵਿੱਚ ਵੰਡਤਾ, ਤੇ ਇਸ ਕਰਕੇ ਪੰਜਾਬ ਤੇ ਇਹਨਾਂ ਸਟੇਟਾਂ ਨੂੰ, ਤੇ ਕਿਤੇ ਸਾਨੂੰ ਕਈ ਵਾਰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਇਹ ਜਮਾਤ ਹੈ ਜਿਹੜੀ, ਇਹ ਜਾਣ ਬੁੱਝ ਕੇ ਤਾਂ ਨਹੀਂ ਕਿਤੇ ਕਰ ਰਹੀ ਵੀ ਇਸ ਕਰਕੇ ਅਸੀਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਨਾਂ ਤੋਂ ਵੋਟਾਂ ਲੈ ਕੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਸਦਾ ਗੱਦੀ ਤੇ ਪੱਕੇ ਹੋ ਜਾਈਏ। ਇਸ ਕਰਕੇ ਜਥੇਬੰਦੀਆਂ, ਤੁਹਾਨੂੰ ਲੱਗਦਾ ਇਹ ਗੱਲ ਹੋ ਰਹੀ ਹੈ? ਦੇਖੋ ਬਿਲਕੁਲ ਇਹ ਤਾਂ ਕਿਤੇ ਨਾ ਕਿਤੇ ਹੋ ਰਿਹਾ। ਦੇਖੋ ਪੋਲਰਾਈਜੇਸ਼ਨ ਕਰ ਲਈ, ਲੋਕਾਂ ਦੀ ਵੰਡ ਕਰ ਲਈ, ਜੋ ਕੁਛ ਹੈ ਪੰਜਾਬ 'ਚ ਪੋਲਰਾਈਜ਼ ਹੋਊਗੀ ਕਾਸਟ ਦੇ ਨਾਂ ਤੇ, ਧਰਮ ਦੇ ਨਾਂ ਤੇ ਵੋਟ। ਦੇਖੋ ਹਿੰਦੁਸਤਾਨ ਇੱਕ ਧਰਮ ਨਿਰਪੇਖ ਦੇਸ਼ ਆ, ਔਰ ਅਸੀਂ ਬਾਂਹ ਕੱਢ ਕੇ ਕਹਿੰਦੇ ਆ ਇੱਥੇ ਰਾਜ ਜਿਹੜਾ ਆ ਕਦੇ ਵੀ ਇਸ ਤਰ੍ਹਾਂ ਲੰਮਾ ਨਹੀਂ ਚੱਲ ਸਕਦਾ ਗਾ। ਹਿੰਦੁਸਤਾਨ ਧਰਮ ਨਿਰਪੇਖ ਹੀ ਰਹੇਗਾ। ਇੱਥੇ ਲੋਕਾਂ ਨੂੰ ਰੋਟੀ ਰੋਜੀ ਚਾਹੀਦੀ ਆ, ਗਰੀਬ ਨੂੰ, ਭਾਵੇਂ ਉਹ ਸਿੱਖ ਆ, ਭਾਵੇਂ ਉਹ ਮੁਸਲਮਾਨ ਆ, ਭਾਵੇਂ ਹਿੰਦੂ ਆ, ਭਾਵੇਂ ਈਸਾਈ ਆ, ਭਾਵੇਂ ਬੋਧੀ ਆ। ਉਹਨਾਂ ਦੇ ਸਵਾਲ ਰੋਟੀ ਦਾ ਆ। ਜਿੰਨਾ ਚਿਰ ਸਾਡੇ ਰੁਜ਼ਗਾਰ ਦੇ ਜਿਹੜੇ ਇਹਨਾਂ ਨਾਅਰੇ ਦਿੱਤੇ, ਜਿਹੜੇ ਬੁਲਟ ਟ੍ਰੇਨਾਂ ਦੇ ਨਾਅਰੇ ਦਿੱਤੇ, ਜਿਹੜੇ 15 ਲੱਖ ਰੁਪਏ ਨਾਲ ਸਾਡੀ ਜੇਬ 'ਚ ਪਾਉਣਾ ਸੀ, ਇਹਨਾਂ ਨੇ ਕੱਢਣਾ ਸ਼ੁਰੂ ਕਰਤਾ, ਵੇਚਤਾ ਸਾਰਾ ਕੁਝ। ਬੁਲਟ ਟ੍ਰੇਨ ਵੇਚਤੀ, ਹਵਾਈ ਅੱਡਿਆਂ 'ਤੇ ਅਡਾਨੀ ਦਾ ਨਾਂ ਲਿਖਤਾ। ਤੇ ਜਦੋਂ ਤੁਸੀਂ ਸਾਰਾ ਦੇਸ਼ ਹੀ ਵੇਚਣ ਲੱਗੇ ਹੋ ਤਾਂ ਲੋਕ ਕਿੰਨਾ ਕੁ ਚਿਰ ਖੜਨਗੇ? ਤਾਂ ਇਸ ਕਰਕੇ ਅੱਜ ਅਸੀਂ ਲੋਕਾਂ ਨੂੰ ਦੱਸਣ ਜਾ ਰਹੇ ਹਾਂ, ਔਰ ਪੰਜਾਬ ਵਾਲੇ ਦੱਸਣਗੇ, ਸਾਰੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਦੱਸਣਗੀਆਂ ਵੀ ਭਾਈ ਇਹਨਾਂ ਨਾਲ ਲੜਾਈ ਲੜਨੀ ਪੈਣੀ ਆ। ਬੀਜੇਪੀ ਤਾਂ ਮਜ਼ਬੂਤ ਹੋਈ ਹੈ, ਉਹ ਹਿੰਦੂਇਜ਼ਮ ਦੇ ਨਾਂ ਤੇ 14 ਤੋਂ ਬਾਅਦ ਫਿਰ 19 'ਚ ਲੜਦੇ ਆ, ਫਿਰ ਪੂਰੇ ਪੰਜਾਬ ਦੇ ਦੇਸ਼ ਦੇ ਸੂਬਿਆਂ ਸੁਪੜਾ ਸਾਫ਼ ਕਰਦੇ ਜਾਂਦੇ ਇੱਕ ਇੱਕ ਕਰਕੇ। 2-4 ਸੂਬੇ ਛੱਡ ਦਈਏ ਤਾਂ ਪੂਰੇ ਦੇਸ਼ 'ਚ ਬੀਜੇਪੀ ਹੋ ਜਾਂਦੀ ਹੈ। ਹੁਣ ਬਿਹਾਰ ਵੀ ਉਹ ਜਿੱਤ ਲੈਂਦੇ ਆ, ਤਾਂ ਉਹ ਹਿੰਦੂਇਜ਼ਮ ਦੇ ਨਾਂ ਤੇ ਹੈ, ਰਾਮ ਮੰਦਿਰ ਦੇ ਨਾਂ ਤੇ ਹੋਇਆ ਉਹ। ਦੇਖੋ ਜੀ ਇਵੇਂ ਇਹ ਗੱਲਾਂ ਔਰੰਗਜ਼ੇਬ ਵੀ ਕਹਿੰਦਾ ਸੀ ਮੈਂ ਸਾਰੀ ਦੁਨੀਆ ਜਿੱਤ ਲਈ ਤੇ ਜਿੱਤ ਲੈਣੀ, ਸਿਕੰਦਰ ਵੀ ਕਹਿੰਦਾ ਸਾਰੀ ਦੁਨੀਆ ਮੈਂ ਜਿੱਤ ਲੈਣੀ ਆ। ਇਹ ਦੁਨੀਆ ਨਾ ਜਿੱਤੀ ਜਾਂਦੀ ਆ, ਨਾ ਕਦੇ ਜਿੱਤੀ ਗਈ ਆ। ਦੇਖੋ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਾਰੀਆਂ ਦੀਆਂ ਸਾਰੀਆਂ ਸੀਟਾਂ ਲਗਭਗ ਕਾਂਗਰਸ ਲੈ ਗਈ, ਸਾਰੇ ਹਿੰਦੁਸਤਾਨ ਵਿੱਚ ਲੱਗਦਾ ਹੀ ਸਦਾ ਕਾਂਗਰਸ ਰਹੂਗੀ, ਤੇ ਫਿਰ ਕਾਂਗਰਸ ਕਿੱਧਰ ਗਈ? ਦੇਖੋ ਇਹ ਨੀਤੀਆਂ ਨਾਲ ਕੰਮ ਚੱਲਣਾ, ਬਦਨੀਤੀਆਂ ਨਾਲ ਨਹੀਂ। ਜਿਹੜੀ ਇਹਨਾਂ ਨੇ ਬਦਨੀਤੀ ਧਾਰੀ ਹੋਈ ਹੈ ਨਾ ਮੋਦੀ ਸਰਕਾਰ ਨੇ, ਇਹ ਬਦਨੀਤੀ ਨਾਲ ਬਹੁਤਾ ਟਾਈਮ ਕੰਮ ਨਹੀਂ ਚੱਲਣਾ ਗਾ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਲੋਕ ਛੇਤੀ ਸਮਝ ਜਾਣਗੇ ਜਦੋਂ ਲੋਕਾਂ ਨੂੰ ਰੁਜ਼ਗਾਰ ਨਾ ਮਿਲਿਆ। ਪੰਜਾਬ 'ਚ ਆਧਾਰ ਨਹੀਂ ਹੋਊਗਾ? ਦੇਖੋ ਪੰਜਾਬ 'ਚ ਤਾਂ ਬੀਜੇਪੀ ਦਾ ਪਹਿਲਾਂ ਵੀ ਆਧਾਰ ਨਹੀਂ, ਤਾਂ ਇਸ ਕਰਕੇ ਜਿੱਥੇ ਵੀ ਕਿਤੇ ਜਿੱਤ ਰਹੀ ਆ ਬੀਜੇਪੀ। ਅੱਜ ਕੋਈ ਬਿਹਾਰ ਦੇ ਵਿੱਚ ਇਕੱਲੀ ਨਹੀਂ ਜਿੱਤੀ, ਉੱਥੇ 3-4 ਧਿਰਾਂ ਲਾ ਕੇ, ਹੋਰ ਬੜੀਆਂ ਡਰਾਮੇਬਾਜ਼ੀਆਂ ਕਰਕੇ, ਓਵੈਸੀ ਵਰਗੇ ਨੂੰ ਖੜਾ ਕਰਕੇ, ਤਾਂ ਵੋਟਾਂ ਕਟਵਾ ਕੇ ਫਿਰ ਕਿਤੇ ਜਾ ਕੇ ਵੋਟ ਪ੍ਰੈਸ਼ਰ ਬਣਦਾ। ਇਹ ਨਹੀਂ ਵੀ ਉਹ ਇਕੱਲੀ ਜਿੱਤ ਰਹੀ ਆ। ਇਸ ਕਰਕੇ ਅਜੇ ਤੱਕ ਉਹ NDA ਆ, ਔਰ ਸਾਂਝੇ ਅਲਾਇੰਸ ਨਾਲ ਚੱਲ ਰਹੀ ਆ। ਤੇ ਇਸ ਕਰਕੇ ਅਲਾਇੰਸ ਜਿਵੇਂ ਉਹਦਾ ਟੁੱਟਦਾ ਜਾਣਾ, ਉਵੇਂ ਉਹ ਜਿਹੜੇ ਸੀ ਮਹਾਰਾਸ਼ਟਰ ਦੇ ਵਿੱਚ ਉਹਦਾ ਘਟ ਗਈ, ਪੰਜਾਬ 'ਚੋਂ ਘਟ ਗਈ, ਔਰ ਬਿਹਾਰ ਦੇ ਵਿੱਚ ਅਲਾਇੰਸ ਰਹਿ ਗਿਆ। ਜਦੋਂ ਅਲਾਇੰਸ ਟੁੱਟ ਗਿਆ ਔਰ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ, ਔਰ ਕਾਂਗਰਸ ਵੇਲੇ ਵੀ ਐਵੇਂ ਹੀ ਹੋਇਆ ਸੀ, ਜਦੋਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਤਾਂ ਫਿਰ ਕਾਂਗਰਸ ਦਾ ਜਿਹੜਾ ਸੀ ਵਜੂਦ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਇਹਨਾਂ ਨੂੰ ਲੋਕ ਪੱਖੀ ਨੀਤੀਆਂ ਜਾਂ ਲਿਆਉਣੀਆਂ ਪੈਣੀਆਂ ਜਾਂ ਲੋਕ ਬਦਲ ਦੇਣਗੇ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਸਾਡੇ ਨਾਲ। ਠੀਕ ਹੈ, ਬਹੁਤ ਧੰਨਵਾਦ ਜੀ, ਡੇਲੀ ਪੋਸਟ ਦਾ ਬਹੁਤ ਧੰਨਵਾਦ ਜੀ। ਸੋ ਸਤਪਾਲ ਮੋਲਾ ਸਾਹਿਬ ਆਪਣੇ ਵਿਚਾਰ ਇਹਨਾਂ ਦੇ ਨੇ।
ਹਾਲਾਂਕਿ ਅਕਸਰ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਇਸ ਪੂਰੇ ਸੰਘਰਸ਼ ਚੋਂ ਕੀ ਅਸੀਂ ਖੱਟਿਆ, ਕੀ ਪਾਇਆ। ਇਹ ਕਹਿੰਦੇ ਨੇ ਕਿ ਸੰਘਰਸ਼ਾਂ ਚੋਂ ਬੰਦਾ ਖੱਟਦਾ ਜ਼ਰੂਰ ਹੈ। ਪੁਰਾਣੇ ਜਿੰਨੇ ਦੇਖ ਲਓ ਸੰਘਰਸ਼ ਕਦੇ ਫੇਲ ਨਹੀਂ ਹੋਇਆ ਕਰਦੇ, ਉਹਦੇ ਚੋਂ ਪੋਜ਼ਿਟਿਵ ਜ਼ਰੂਰ ਨਿਕਲਦੇ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਡੇਲੀ ਪੋਸਟ, ਮਲੋਟ।